जी सवेर तो तुसीं लगे हुए हो हुण तक किसी तरह का मतलब कि जो रिपोर्ट्स ने इंटैलीजेंसी भी पता लग रहा भी इत्थे रिपोर्ट्स वगैरह तैयार कर रही ने तो की समझ आउंदा बई मोदी साहब दी जड़ां हिलाउण दी गल कीती जा रही भी हिला दोगे ਉਹਨਾਂ ਨੂੰ ਇਹ ਦਿਖਾਉਣਾ ਹੁੰਦਾ ਵੀ ਅਸੀਂ ਕਿਸਾਨ ਹਿੱਤਾਂ ਫਾਰਮਰ ਪ੍ਰੋ ਫਾਰਮਰਸ ਪਰ ਅਸਲ 'ਚ ਗੱਲ ਪ੍ਰੋ ਫਾਰਮਰਸ ਨਹੀਂ ਹੋ ਰਹੀ। ਅਸੀਂ ਕਹਿੰਦੇ ਆ ਤੁਸੀਂ ਇੱਕ ਕੰਮ ਕਰੋ, ਜੇ ਪ੍ਰੋ ਫਾਰਮਰ ਹੋ ਤਾਂ ਸਾਡੇ ਨਾਲ ਗੱਲ ਕਰ ਲਓ। ਇਹ ਕਹਿੰਦੇ ਨਹੀਂ ਗੱਲ। ਹੁਣ ਬੀਜੇਪੀ ਪ੍ਰੋਪੇਗੈਂਡਾ ਪੋਲਿਟਿਕਸ ਕਰਦੀ ਆ, ਉਹ ਪ੍ਰੋਪੇਗੈਂਡਾ ਵਾਸਤੇ ਉਹਦੇ ਕੋਲੇ 500,000 ਕਰੋੜ ਕਿੱਥੋਂ ਆਉਂਦੇ ਆ? ਉਹਨਾਂ ਦੀ ਫੈਕਟਰੀ ਥੋੜੀ ਆ, ਕੋਈ ਮੈਨੂਫੈਕਚਰਰ ਥੋੜੀ ਆ ਉਹ, ਕੋਈ ਇਹ ਕਾਰਪੋਰੇਟ ਘਰਾਣੇ ਹੀ ਪਾਲਦੇ ਆ। ਤੁਸੀਂ ਕਹਿੰਦੇ ਜੀ ਵੀ ਡੈਮੋਕ੍ਰੇਸੀ ਦਾ ਘਾਣ ਕੀਤਾ ਜਾਂਦਾ, ਲੋਕਤੰਤਰ ਦਾ ਘਾਣ ਹੋ ਰਿਹਾ ਜੀ ਤੇ ਲੋਕਾਂ ਦੀ ਆਵਾਜ਼ ਲੀਡਰ ਸੁਣਦੇ ਨਹੀਂ ਤੇ ਅਸੀਂ ਤਾਂ ਲੋਕਾਂ ਦਾ ਰਾਹ ਘੇਰਿਆ ਜੀ, ਅੱਜ ਲੀਡਰਾਂ ਦਾ ਨਹੀਂ ਘੇਰਿਆ ਜੀ। ਯਾਰ ਸਾਡਾ ਪੰਜਾਬ ਆ, ਸਾਡਾ ਹਰਿਆਣਾ, ਸਾਡੀ ਧਰਤੀ ਆ, ਸਾਡੇ ਲੋਕ ਆ, ਸਾਡੇ ਖੇਤ ਆ, ਕਾਨੂੰਨ ਤੁਸੀਂ ਘੜੀ ਜਾਂਦੇ ਹੋ। ਜਿਹੜੇ ਪੰਜਾਬ ਦੇ ਹੀ ਚੁਣ ਕੇ ਭੇਜੇ ਹੋਏ ਨੇ ਦਿੱਲੀ, ਹੰਸਰਾਜ ਜੀ, ਦਲੇਰ ਮਹਿੰਦੀ, ਸਨੀ ਦਿਓਲ, ਉਹਨਾਂ ਦਾ ਤਾਂ ਤੁਸੀਂ ਚੋਣ ਪ੍ਰਚਾਰ ਵੀ ਕੀਤਾ ਬਾਈ ਜੀ, ਉਹ ਵੀ ਚੁੱਪ ਨੇ ਜੀ। ਕਿਰਨ ਖੇਰ ਜੀ ਇਹ ਕਹਿੰਦੇ ਜੀ ਇਹ ਤਾਂ ਬਹੁਤ ਵਧੀਆ, ਲੋਕਾਂ ਨੂੰ ਤਾਂ ਗੁੰਮਰਾਹ ਕੀਤਾ ਜਾ ਰਿਹਾ ਹੈ ਜੀ, ਜਿਹੜੇ ਕਿਸਾਨਾਂ ਦੇ ਪੱਖ ਦੇ ਵਿੱਚ ਆ ਰਹੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਵੀ ਤਾਂ ਕਿਸਾਨ ਪੱਖੀ ਆ ਬਿਲ। ਦੈਟ ਅ ਲਾਈ ਟੋਲਡ 100 ਟਾਈਮਸ ਬਿਕਮਸ ਅ ਟਰੂਥ। ਇੱਕ ਜਿਹੜਾ ਝੂਠ ਆ ਜੇ ਉਹਨੂੰ 100 ਵਾਰੀ ਤੁਸੀਂ ਕਹਿ ਦੋਗੇ ਤਾਂ ਉਹ ਸੱਚ ਬਣ ਜਾਂਦਾ ਜੀ। ਸਾਡੇ ਆਗੂਆਂ ਨੇ ਦਗਾ ਕੀਤਾ ਸਾਡੇ ਨਾਲ। ਹੁਣ ਅਸੀਂ ਕਹਿੰਦੇ ਆ ਜਿਹੜੇ ਫੈਸਲੇ ਲੈਣੇ ਇੱਥੇ ਆ ਕੇ ਬੈਠੋ ਨਾ, ਜੇ ਸਾਡੇ ਨਾਲ ਸੰਵਾਦ ਕਰਨਾ ਸੰਗਤ 'ਚ ਬਹਿ ਜਾਓ, ਆ ਕੇ ਸੰਗਤ ਫੈਸਲੇ ਲਵੇ, ਸੰਗਤ ਮਤੇ ਪਗਾਵੇ। ਅਸੀਂ ਕਿਹੜਾ ਡਰਾਇੰਗ ਰੂਮਾਂ 'ਚ ਕਮਰਿਆਂ 'ਚ ਜਾ ਕੇ ਬਹਿਣਾ। ਕਹਿੰਦੇ ਜੀ ਤੁਸੀਂ ਲੋਕ ਇੱਥੇ ਗੁੰਮਰਾਹ ਕਰਨ ਨੂੰ ਬੈਠੇ ਆਗੂ, ਕਹਿੰਦੇ ਜੀ ਅਜੇ ਲੋਕ ਤੁਹਾਨੂੰ ਮਤਲਬ ਕਿ ਇਹ ਮੰਨਦੇ ਹੋ ਵੀ ਅਜੇ ਪੂਰੀ ਤਰ੍ਹਾਂ ਨਾਲ ਨਹੀਂ ਜਾਗੇ, ਕਿਉਂਕਿ ਜਿਨ੍ਹਾਂ ਨੂੰ ਲਾਹਣਤਾਂ ਪਾਈਆਂ ਜਾਂਦੀਆਂ ਨੇ ਉਹਨਾਂ ਦੀਆਂ ਹੀ ਰੈਲੀਆਂ ਦੇ ਵਿੱਚ ਦੂਜੇ ਦਿਨ ਫਿਰ ਇਕੱਠ ਹੁੰਦੇ ਦਿਖਦੇ ਆ ਜੀ। ਭਾਈ ਉਹ ਫੜ ਕੇ ਲਿਆਉਂਦੇ ਆ ਟਰਾਲੀਆਂ 'ਚ, ਟਰੈਕਟਰਾਂ 'ਚ, ਟਰੱਕਾਂ 'ਚ, ਕਿਤੇ ਪੈਸੇ ਪੂਸੇ ਦੇ ਕੇ ਲੈ ਕੇ ਆਉਂਦੇ ਆ। ਭਾਈ ਜੀ ਨਰਿੰਦਰ ਮੋਦੀ ਜੀ ਨਾਲ ਤਾਂ ਤੁਸੀਂ ਸਿੱਧੀ ਗੱਲ ਨਹੀਂ ਕਰ ਸਕਦੇ, ਪਰ ਸਨੀ ਦਿਓਲ ਤਾਂ ਤੁਹਾਡੇ ਵਧੀਆ ਮਿੱਤਰ ਰਹੇ ਆ ਜੀ, ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ? ਉਹ ਗੱਲਬਾਤ ਹੋਈ, ਪਰ ਉਹ ਵਧੀਆ ਇਨਸਾਨ ਆ ਜਿਹੜਾ ਲੋਕਾਂ ਦੇ ਲਈ ਨਾ ਖੜਦਾ ਹੋਵੇ। ਜੇ ਪਤਾ ਮੈਨੂੰ ਮੇਰੇ ਭਰਾ ਮਰ ਰਹੇ ਆ, ਮੈਂ ਮੂੰਹ ਮੋੜ ਲਵਾਂ ਜੀ ਵੀ ਮੈਂ ਨਹੀਂ ਜਾਂਦਾ, ਤੇ ਅਜੇ ਵੀ ਆਪਾਂ ਉਹਨੂੰ ਇਨਸਾਨ ਵਧੀਆ ਮੰਨੀ ਜਾਂਦੇ ਆ ਜੀ। ਸ਼ੰਭੂ ਬੈਰੀਅਰ ਦੇ ਉੱਤੇ ਚੱਕਾ ਜਾਮ ਕੀਤਾ ਹੋਇਆ ਹੈ, ਕਲਾਕਾਰ ਭਰਾ ਪਹੁੰਚੇ ਹੋਏ ਨੇ, ਉੱਥੇ ਹੀ ਕਿਸਾਨ ਜਥੇਬੰਦੀਆਂ ਤੇ ਕਿਸਾਨ ਪਹੁੰਚੇ ਹੋਏ ਨੇ। ਕਿਸਾਨਾਂ ਦੇ ਨਾਲ ਉਹ ਨੌਜਵਾਨ ਵੀ ਦੇਖੇ ਨੇ ਜਿਨ੍ਹਾਂ ਨੂੰ ਇੰਨਾ ਪਤਾ ਤਾਂ ਨਹੀਂ, ਪਰ ਉਹ ਕਹਿੰਦੇ ਵੀ ਅਸੀਂ ਹਿੱਸਾ ਬਣਨਾ, ਵੀ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ ਵੀ ਇਹ ਕੰਮ ਘਾਤਕ ਹੈ, ਤੇ ਬਜ਼ੁਰਗਾਂ ਦੇ ਆਖੇ ਲੱਗ ਕੇ ਜਿਹੜੇ ਪਹੁੰਚੇ ਨੇ ਇੱਥੇ ਉਹਨਾਂ ਨੂੰ ਵੀ ਮੁਬਾਰਕ। ਤੇ ਸਾਡੇ ਨਾਲ ਦੀਪ ਸਿੱਧੂ ਬਾਈ ਹੈਗੇ ਨੇ ਤੇ ਗੱਲਬਾਤ ਕਰਦੇ ਆ। ਬਾਈ ਜੀ ਸਵੇਰ ਤੋਂ ਤੁਸੀਂ ਲੱਗੇ ਹੋਏ ਹੋ, ਹੁਣ ਤੱਕ ਕਿਸੇ ਤਰ੍ਹਾਂ ਦਾ ਮਤਲਬ ਕਿ ਜੋ ਰਿਪੋਰਟਸ ਨੇ ਇੰਟੈਲੀਜੈਂਸੀ ਵੀ ਪਤਾ ਲੱਗ ਰਿਹਾ ਵੀ ਇੱਥੇ ਰਿਪੋਰਟਸ ਵਗੈਰਾ ਤਿਆਰ ਕਰ ਰਹੀਆਂ ਨੇ, ਤੇ ਕੀ ਸਮਝ ਆਉਂਦਾ ਬਈ ਮੋਦੀ ਸਾਹਿਬ ਦੀਆਂ ਜੜਾਂ ਹਿਲਾਉਣ ਦੀ ਗੱਲ ਕੀਤੀ ਜਾ ਰਹੀ ਵੀ ਹਿਲਾ ਦੋਗੇ? ਦੇਖੋ ਗੱਲ ਪਹਿਲਾਂ ਤਾਂ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰਦਾ। ਤੁਸੀਂ ਕਿਹਾ ਨੌਜਵਾਨਾਂ ਨੂੰ ਪਤਾ ਨਹੀਂ ਜੀ, ਨੌਜਵਾਨਾਂ ਨੂੰ ਬਾਖੂਬੀ ਪਤਾ ਕੀ ਕਰ ਰਹੇ ਆ, ਕਿਉਂ ਅਸੀਂ ਵਿਰੋਧ ਕਰ ਰਹੇ ਆ ਤੇ ਕਿਉਂ ਵਿਦਰੋਹ 'ਚ ਇਹ ਤਬਦੀਲ ਹੋ ਰਿਹਾ। ਕੁਝ ਨੌਜਵਾਨਾਂ ਨੂੰ ਪੁੱਛਿਆ ਸੀ, ਉਹ ਕਹਿੰਦੇ ਮੈਨੂੰ ਪਤਾ ਨਹੀਂ ਆ, ਪਰ ਅਸੀਂ ਆਏ ਹੋਏ ਆ। ਨਹੀਂ, ਪਰ ਮੈਂ ਡਿਟੇਲ 'ਚ ਨਹੀਂ ਪਤਾ। ਨਹੀਂ, ਗੱਲ ਪਤਾ ਕੀ ਹੋ ਸਕਦੀ, ਗੱਲ ਐਂ ਆ ਕਈ ਵਾਰੀ ਤੁਹਾਨੂੰ ਪਤਾ ਸਾਡੇ ਪੰਜਾਬੀਆਂ ਦਾ ਸੁਭਾਅ ਦਾ ਜੀ, ਉਹ ਪ੍ਰੈਸ ਨੂੰ ਦੇਖ ਕੇ ਘਬਰਾ ਜਾਂਦੇ ਆ। ਹੋ ਸਕਦਾ ਆਰਟੀਕੂਲੇਟ ਕਰਨਾ ਵੀ ਔਖਾ ਹੁੰਦਾ। ਨੌਜਵਾਨਾਂ ਨੂੰ ਤੁਸੀਂ ਆਏ ਨਾ ਸਮਝੋ ਵੀ ਉਹਨਾਂ ਨੂੰ ਪਤਾ ਨਹੀਂ ਆ। ਬਾਈ ਬਿਨਾਂ ਪਤਾ ਤੋਂ ਆ ਜਜ਼ਬਾ ਦਿਖਾਉਣਾ ਜੀ ਨਾ, ਉਹਨਾਂ ਨੂੰ ਇੱਕ ਗੱਲ ਦੀ ਤਾਂ ਸਮਝ ਆ ਵੀ ਸਾਡੀ ਹੋਂਦ ਤੇ ਗੱਲ ਆ ਗਈ ਆ। ਸਾਡੀ ਧਰਤੀ ਨਾਲ ਸਾਡਾ ਬੜਾ ਕੁਝ ਜੁੜਿਆ ਹੁੰਦਾ। ਜੇ ਸਾਡੀ ਧਰਤੀ ਤੋਂ ਸਾਨੂੰ ਇਹਨਾਂ ਨੇ ਪੈਰ ਸਾਡੇ ਇੱਥੋਂ ਖਾੜਤੇ ਤਾਂ ਸਾਡੇ ਕਿਤੇ ਪੈਰ ਨਹੀਂ ਲੱਗਣੇ ਦੁਨੀਆ 'ਚ, ਜਿੱਥੇ ਮਰਜ਼ੀ ਵਗ ਜਾਈਏ ਅਸੀਂ। ਸੋ ਨੌਜਵਾਨਾਂ ਨੂੰ ਪਤਾ, ਪਰ ਆਰਟੀਕੂਲੇਟ ਕਰਨਾ ਨਹੀਂ ਆਉਂਦਾ ਹੁੰਦਾ ਭਾਈ, ਹਨਾ। ਜਿੱਥੇ ਅਸੀਂ ਸਾਡੇ ਪੰਜਾਬੀ ਖਾਸ ਤੌਰ ਤੇ ਹੋ ਸਕਦਾ ਗੱਲ ਨੂੰ ਅੱਗੇ ਕਨਵੇ ਕਰਨਾ ਨਾ, ਹਾਂ ਉਹੀ ਵੀ ਉਹਨੂੰ ਕਹਿਣਾ ਕਿਵੇਂ ਆ ਜੀ ਜੀ, ਤੇ ਉਹ ਇਸ ਢੰਗ ਨਾਲ ਕਹੀ ਜਾਵੇ ਵੀ ਲੋਕ ਸੁਣਨ। ਇਹ ਕਈ ਵਾਰੀ ਗੱਲ ਨਹੀਂ ਆਉਂਦੀ ਹੁੰਦੀ। ਇਹ ਸਮਝ ਜ਼ਰੂਰ ਆ ਹਰ ਬੰਦੇ ਨੂੰ ਵੀ ਇਹ ਵਪਾਰੀਆਂ ਦੇ ਹੱਥ 'ਚ ਪੰਜਾਬ ਦੀ ਕਿਸਾਨੀ ਜੇ ਦੇ ਦਿੱਤੀ ਜਾਊਗੀ, ਜੇ ਕੈਪੀਟਲਿਸਟਿਕ ਸੁਸਾਇਟੀ ਹੈ ਜਿਹੜੀ, ਉਹ ਤਾਂ ਜਾਂ ਕੈਪੀਟਲਿਜ਼ਮ ਆ ਜਾਂ ਪੂੰਜੀਵਾਦ ਕਹਿ ਲਓ, ਇਹ ਤਾਂ ਸਿਰਫ ਮੁਨਾਫਾ ਦੇਖਦੀ ਆ। ਇਹਨਾਂ ਨੇ ਮੁਨਾਫਾ ਦੇਖਣਾ, ਇਹਨਾਂ ਨੇ ਕਿਸਾਨਾਂ ਦੇ ਹਿੱਤ ਥੋੜੀ ਦੇਖਣੇ ਆ। ਪਰ ਗਵਰਨਮੈਂਟਸ ਆ ਜਿਹੜੀਆਂ ਸਰਕਾਰਾਂ, ਉਹਨਾਂ ਨੂੰ ਇਹ ਦਿਖਾਉਣਾ ਹੁੰਦਾ ਵੀ ਅਸੀਂ ਕਿਸਾਨ ਹਿੱਤਾਂ ਫਾਰਮਰ ਪ੍ਰੋ ਫਾਰਮਰਸ ਆ, ਪਰ ਅਸਲ 'ਚ ਗੱਲ ਪ੍ਰੋ ਫਾਰਮਰਸ ਨਹੀਂ ਹੋ ਰਹੀ। ਅਸੀਂ ਕਹਿੰਦੇ ਆ ਤੁਸੀਂ ਇੱਕ ਕੰਮ ਕਰੋ, ਜੇ ਪ੍ਰੋ ਫਾਰਮਰ ਹੋ ਤਾਂ
ਤਾਂ ਸਾਡੇ ਨਾਲ ਗੱਲ ਕਰ ਲਓ। ਇਹ ਕਹਿੰਦੇ ਨਹੀਂ ਗੱਲ, ਅਸੀਂ ਕਿਹਾ ਗੱਲ ਵੀ ਨਹੀਂ ਕਰਦੇ। ਫਿਰ ਅਸੀਂ ਕਿਹਾ MSP ਕਾਨੂੰਨ ਬਣਾ ਦਿਓ ਵੀ ਜਿਹੜਾ ਵਪਾਰੀ MSP ਤੋਂ ਘੱਟ ਖਰੀਦੂਗਾ ਉਹ ਕ੍ਰਾਈਮ ਹੋਊਗਾ। ਇਹ ਕਾਨੂੰਨ ਵੀ ਨਹੀਂ ਬਣਾ ਰਹੇ। ਫਿਰ ਸਾਨੂੰ ਕਿਹੜੀ MSP ਦੇ ਰਹੇ ਹੋ? ਫਿਰ ਆਰਡੀਨੈਂਸ 'ਚ ਸਭ ਤੋਂ ਵੱਡੀ ਜਿਹੜੀ ਫੰਡਾਮੈਂਟਲ ਪ੍ਰੋਬਲਮ ਆ, ਦ ਡੈਫੀਨੇਸ਼ਨ ਆਫ ਅ ਮਾਰਕੀਟ ਇਜ਼ ਨਾਟ ਕਲੀਅਰ। ਜਦੋਂ ਪਰਿਭਾਸ਼ਾ ਮੰਡੀ ਦੀ ਕਲੀਅਰ ਹੀ ਨਹੀਂ ਆ ਤਾਂ ਫਿਰ MSP ਕਿੱਥੇ ਰਹੀ? ਜਦੋਂ ਵਪਾਰੀਕਰਨ ਹੋ ਗਿਆ ਫਿਰ APMCs ਕਿੱਥੇ ਰਹੀਆਂ? ਇਹ ਤਾਂ ਸਾਨੂੰ ਪਤਾ, ਇਹ ਤਾਂ ਸਾਡੇ ਐਵੇਂ ਗਾਜਰਾਂ ਹੱਥ 'ਚ ਦੇਣ ਵਾਲੀ ਗੱਲ ਆ। ਪਰ ਅਸਲ 'ਚ ਨਾ MSP ਰਹੂਗੀ ਆਉਣ ਵਾਲੇ ਸਮੇਂ 'ਚ, ਨਾ APMCs ਰਹਿਣਗੀਆਂ, ਕਿਉਂਕਿ ਸਾਨੂੰ ਪੂੰਜੀਵਾਦਾਂ ਦਾ ਪਤਾ ਉਹ ਕਿਵੇਂ ਕੰਮ ਕਰਦੇ ਆ। ਉਹਨਾਂ ਨੇ ਕੰਟਰੈਕਟ ਲੇਬਰ ਵੀ ਲੈ ਆਉਣੀ ਆ, ਉਹਨਾਂ ਨੇ ਈਜ਼ੀ ਕ੍ਰੈਡਿਟਸ ਵੀ ਦੇ ਦੇਣੇ ਆ, ਉਹਨਾਂ ਨੇ 3-3 4-4 ਸਾਲਾਂ ਦੇ ਕੰਟਰੈਕਟ ਵੀ ਕਰ ਲੈਣੇ ਆ। ਸਾਡੇ ਕੋਲੇ ਕਿਸਾਨਾਂ ਕੋਲੇ ਏਡੀ ਤਾਕਤ ਹੈ ਨਹੀਂ ਵੀ ਉਹਨਾਂ ਨਾਲ ਲੜ ਪਈਏ। ਅਸੀਂ ਤਾਂ ਅਗਲੇ ਦਿਨ ਫਸਲ ਵੀ ਜਿੱਦਾਂ ਲੈ ਕੇ ਆਉਣੇ ਆ ਖੇਤ 'ਚੋਂ, ਵੇਚਣੀ ਹੁੰਦੀ ਆ, ਮੰਡੀ 'ਚ ਸਿੱਟਣੀ ਹੁੰਦੀ ਆ, ਪੈਸੇ ਲੈਣੇ ਹੁੰਦੇ ਆ, ਸਾਡੇ ਖਰਚੇ ਖੜੇ ਹੁੰਦੇ ਆ ਭਾਈ। ਅਸੀਂ ਕਿੱਥੋਂ ਪੂੰਜੀਵਾਦਾਂ ਨਾਲ ਲੜ ਪਾਂਗੇ? ਸੋ ਇਹ ਸਾਰੀਆਂ ਦੇਖੋ, ਇੱਕ ਗੱਲ ਸਰਕਾਰ ਦੀਆਂ ਕਨਸਪੀਰੇਸੀਜ਼ ਥਿਊਰੀ ਸਮਝਣ ਦੀ ਜ਼ਰੂਰਤ ਆ। ਐਵਰੀ ਪਾਲਿਸੀ today in Indian democracy, every policy which is made, it is made to accommodate the corporate sector, to please the corporate sector. ਤਾਂ ਜਿਹੜੀਆਂ policies ਇਹ ਬਣਾਉਂਦੇ ਆ ਨਾ, ਉਹ ਮੈਂ ਇਹਦੀ ਐਗਜ਼ਾਮਪਲ ਦਿੰਦਾ ਤੁਹਾਨੂੰ ਸਿੱਧੀ ਜੀ। ਇੱਕ ਅੱਜ GDP -23% ਆ, ਪਰ ਸ਼ੇਅਰ ਮਾਰਕੀਟ ਆਲ ਟਾਈਮ ਹਾਈ ਫਿਰਦੀ ਆ 40,000 ਦੇ ਆਸ-ਪਾਸ। ਕਿਉਂ? ਉੱਥੇ ਉਹ ਕਾਰਪੋਰੇਟਾਂ ਦੀ ਇਨਵੈਸਟਮੈਂਟ ਆ, ਉੱਥੇ ਪੂੰਜੀਵਾਦਾਂ ਦੀ ਇਨਵੈਸਟਮੈਂਟ ਆ, ਉੱਥੇ ਵੱਡੇ ਵੱਡੇ ਇਨਵੈਸਟਰਸ ਦੀ ਇਨਵੈਸਟਮੈਂਟ ਆ। ਉਹਨਾਂ ਨੂੰ ਇਹ ਪੂਰਨ ਤੌਰ ਤੇ ਵਿਸ਼ਵਾਸ ਆ ਵੀ ਸਰਕਾਰ ਸਾਨੂੰ ਪਾਲ ਕੇ ਰੱਖੂਗੀ, ਸਾਡੇ ਲਈ ਨੀਤੀਆਂ ਘੜੂਗੀ, ਕਿਉਂਕਿ ਉਹ ਸਰਕਾਰ ਚਲਾਉਂਦੇ ਆ। ਠੀਕ ਆ, ਉਹਨਾਂ ਦੇ ਇਲੈਕਟਰਲ ਬੌਂਡਸ ਦੇ ਥਰੂ, ਜੇ ਤੁਸੀਂ ਇਹਦੇ ਬਾਰੇ ਪੜ੍ਹਿਆ ਹੋਵੇ, ਪਿੱਛੇ ਜੇ ਇੱਕ ਕਾਨੂੰਨ ਬਣਾਤਾ ਇਹਨਾਂ ਨੇ ਵੀ ਕੋਈ ਵੀ ਕਾਰਪੋਰੇਟ ਘਰਾਣਾ ਜਾਂ ਵਪਾਰੀ ਜਾਂ ਬੰਦਾ ਜਿਹੜੇ ਸਰਕਾਰ ਨੂੰ ਇਲੈਕਟਰਲ ਬੌਂਡਸ ਦੇ ਥਰੂ ਫੰਡ ਦੇ ਸਕਦਾ, ਤੇ ਉਹਦਾ ਨਾਂ ਵੀ ਯੂਨੋਨਿਮਸ ਰੱਖਿਆ ਜਾਊਗਾ, ਮਤਲਬ ਉਹਦਾ ਲੀਕ ਨਹੀਂ ਕੀਤਾ ਜਾਊਗਾ, ਤੇ ਉਹਨੂੰ ਰਿਬੇਟ ਵੀ ਮਿਲੂਗੀ ਉਸ ਫੰਡ ਦੀ। ਇਹ ਇਸੇ ਕਰਕੇ ਸੀ। ਤੁਸੀਂ ਤੇ ਮੈਂ ਕਿੰਨਾ ਕੁ ਫੰਡ ਦੇ ਲਾਂਗੇ? ਫੰਡ ਜਿਹੜੇ 1000 ਕਰੋੜ ਮਿਲਨੇ ਆ ਉਹ ਕਾਰਪੋਰੇਟਸ ਤੋਂ ਹੀ ਮਿਲਨੇ ਆ। ਹੁਣ BJP ਪ੍ਰੋਪੇਗੈਂਡਾ ਪੋਲਿਟਿਕਸ ਕਰਦੀ ਆ, ਉਹ ਪ੍ਰੋਪੇਗੈਂਡਾ ਵਾਸਤੇ ਉਹਦੇ ਕੋਲੇ 500,000 ਕਰੋੜ ਕਿੱਥੋਂ ਆਉਂਦੇ ਆ? ਉਹਨਾਂ ਦੀ ਫੈਕਟਰੀ ਥੋੜੀ ਆ, ਕੋਈ ਮੈਨੂਫੈਕਚਰਰ ਥੋੜੀ ਆ ਉਹ, ਕੋਈ ਇਹ ਕਾਰਪੋਰੇਟ ਘਰਾਣੇ ਹੀ ਪਾਲਦੇ ਆ। ਸੋ ਇਹ ਮਿਲੀ ਭੁਗਤ ਆ ਬਾਈ ਜੀ। ਅੱਛਾ, ਫਿਰ ਤੁਸੀਂ ਕਹਿੰਦੇ ਹੋ ਅਸੀਂ ਪਾਰਲੀਮੈਂਟ 'ਚ ਬੈਠ ਕੇ ਕਾਨੂੰਨ ਘੜਾਂਗੇ, ਅਸੀਂ ਕਹਿੰਦੇ ਆ ਔਰ ਕਹਿੰਦੇ ਉਹ ਲੋਕ ਹਿੱਤ ਆ ਜਾਂ ਲੋਕ ਪੱਖੀ ਕਾਨੂੰਨ ਆ। ਫਿਰ ਲੋਕਾਂ ਨਾਲ ਆ ਕੇ ਬੈਠੋ, ਸੰਵਾਦ ਕਰੋ, ਸਿਰ ਜੋੜ ਕੇ ਬੈਠੋ, ਗੱਲ ਕਰੋ। ਨਹੀਂ ਕਰ ਰਹੇ। ਉਹ ਲੋਕਾਂ ਨੂੰ ਤਾਂ ਕੋਈ ਸਮਝ ਨਹੀਂ ਭਾਜੀ। ਉਹ ਕਹਿੰਦੇ ਜਿਹੜੇ ਸਦਨ ਦੇ ਵਿੱਚ ਜਾਂ ਉੱਥੇ ਸੰਸਦ ਦੇ ਵਿੱਚ ਜੋ MP ਬੈਠੇ ਨੇ ਉਹਨਾਂ ਨੂੰ ਇਹ ਲੋਕ ਮੰਨਦੇ ਨੇ। ਉਹ ਤਾਂ ਬਾਈ ਜੀ ਜਿਹੜੀ ਡੈਮੋਕ੍ਰੇਸੀ ਹੈ ਨਾ, ਇਹਦੇ 'ਚ ਬਹੁਤ ਵੱਡੀਆਂ ਦੋ ਫੰਡਾਮੈਂਟਲ ਪ੍ਰੋਬਲਮਸ ਆ। ਇਹਨੂੰ ਸਮਝੋ। ਸਭ ਤੋਂ ਵੱਡੀ ਇੱਕ ਪ੍ਰੋਬਲਮ ਆ ਜਿਹੜੀ, ਉਹ ਇਹ ਆ ਵੀ ਇਹ ਲੋਕਾਂ 'ਚ ਭਰਮ ਪੈਦਾ ਕਰਦੀ ਆ ਵੀ ਲੋਕਾਂ ਦੀ ਗੱਲ ਜਾਂ ਲੋਕਾਂ ਦੇ ਹਿੱਤ ਰੱਖੇ ਜਾ ਰਹੇ ਆ, ਪਰ ਐਕਚੁਅਲੀ 'ਚ ਹੁੰਦਾ ਨਹੀਂ। ਇਹ ਭਰਮ ਹੀ ਆ, ਕਿਉਂਕਿ ਸਾਨੂੰ ਪਤਾ ਵੋਟਾਂ ਕਿਵੇਂ ਜਿੱਤਦੀਆਂ, ਇਹ ਵੋਟਾਂ ਕਿਵੇਂ ਪੈਂਦੀਆਂ, ਰਾਜਨੀਤਿਕਰਨ ਕਿਵੇਂ ਕਰਦੇ ਆ ਇਹ। ਸੋ ਲੋਕਾਂ ਦੀ ਹਿੱਤ ਨਹੀਂ ਹੁੰਦਾ। ਦੂਜਾ ਭਰਮ ਆ ਜਿਹੜਾ ਸਭ ਤੋਂ ਵੱਡਾ, ਇੱਥੇ ਜਿਹੜੀ ਲੜਨ ਵਾਲੀ ਧਿਰ ਆ ਉਹਦੇ ਆਗੂ ਵੀ ਐਲੀਟ ਬਣ ਜਾਂਦੇ ਆ। ਇਹਦੀਆਂ ਐਗਜ਼ਾਮਪਲਾਂ ਮੈਂ ਤੁਹਾਨੂੰ ਦਿੰਨਾ। ਆ ਲਾਲੂ ਪ੍ਰਸਾਦ ਯਾਦਵ, ਮੁਲਾਇਮ ਸਿੰਘ ਯਾਦਵ ਕਿਸੇ ਵੇਲੇ ਜਮਾਂ ਗਰਾਊਂਡ ਲੈਵਲ ਤੋਂ ਉੱਠੇ ਸੀ, ਪਰ ਇਹ ਵੀ ਫਿਰ ਇਹਨਾਂ ਦੀ ਇੰਟੀਗ੍ਰੇਸ਼ਨ ਉਸ ਦਿੱਲੀ ਵਾਲੀ ਐਲੀਟ 'ਚ ਹੀ ਹੋ ਗਈ। ਜਦੋਂ ਇਹਨਾਂ ਕੋਲੇ ਪਾਵਰ ਆ ਗਈ, ਇਹ ਵੀ ਉਹੋ ਜਿਹੇ ਹੀ ਹੋ ਗਏ, ਹੈ ਨਾ। ਅਸਾਮ ਦੀ ਮੂਵਮੈਂਟ ਦੇਖ ਲਓ, ਹਥਿਆਰ ਚੱਕ ਕੇ ਉਹਨਾਂ ਨੇ ਪਹਿਲਾਂ ਸੰਘਰਸ਼ ਲੜਿਆ, ਉਸ ਤੋਂ ਬਾਅਦ ਉਹ ਛੱਡ ਕੇ ਪੋਲੀਟੀਕਲ ਫੀਲਡ 'ਚ ਆ ਗਏ। ਪਰ ਉਹ ਵੀ ਜਦੋਂ ਜਿੱਤੇ, ਉਹਨਾਂ ਦੇ ਆਗੂ ਵੀ ਉਹ ਇੰਟੀਗ੍ਰੇਸ਼ਨ ਉਹਨਾਂ ਦੀ ਦਿੱਲੀ ਵਾਲੀ ਲਿਊਟਨ ਜਿਹੜੀ ਉੱਥੇ ਵੱਸਦੀ ਆ, ਉਹ ਐਲੀਟ 'ਚ ਹੋ ਗਈ, ਉਹ ਇਹੋ ਜਿਹੇ ਹੀ ਹੋ ਗਏ। ਸੋ ਇਹ ਡੈਮੋਕ੍ਰੇਸੀ ਦਾ ਬਹੁਤ ਵੱਡਾ ਜਿਹੜੇ ਦੋ ਫੰਡਾਮੈਂਟਲ ਪ੍ਰੋਬਲਮ ਆ। ਅਗਲੀ ਫੰਡਾਮੈਂਟਲ ਪ੍ਰੋਬਲਮ ਆ ਜਿਹੜੀ ਘੱਟ ਗਿਣਤੀਆਂ ਨੂੰ ਦਬਾਉਂਦੀ ਆ, ਕਿਉਂਕਿ ਇੱਕ ਨੇਸ਼ਨ ਬਿਲਡ ਕਰਨ ਦੀ ਜ਼ਿਆਦਾ ਇਹਨਾਂ ਕੋਲੇ। ਇਹਦੇ 'ਚ ਜਿਹੜੀ ਸਾਡੀ ਵੰਨ-ਸਵੰਨਤਾ, ਸਾਡੀ ਮਲਟੀ ਕਲਚਰਲਿਜ਼ਮ ਆ, ਜਾਂ ਪੰਜਾਬ ਦੀ ਇੱਕ ਆਪਦੀ ਹੋਂਦ ਆ, ਉਹਨੂੰ ਵੀ ਮਿਟਾਉਣ 'ਚ ਲੱਗੇ ਹੋਏ ਆ। ਸੋ ਇਹ ਡੈਮੋਕ੍ਰੇਸੀ ਦਾ ਮੀਨਿੰਗ ਕੁਝ ਹੋਰ ਹੀ ਹੋ ਰਿਹਾ। ਇੱਥੇ ਲਿਬਰਲ ਦਾ ਮੀਨਿੰਗ ਕੁਝ ਹੋਰ ਆ, ਸੈਕੂਲਰਿਜ਼ਮ ਦਾ ਮੀਨਿੰਗ ਕੁਝ ਹੋਰ ਆ। ਇੱਥੇ ਫੰਡਾਮੈਂਟਲ ਰਾਈਟਸ ਦੀ ਕੋਈ ਗੱਲ ਨਹੀਂ ਕਰਦਾ, ਸਿਰਫ ਗੱਲ ਹੀ ਹੁੰਦੀ ਆ, ਸਾਨੂੰ ਦਿੱਤੇ ਨਹੀਂ ਜਾਂਦੇ। ਸੋ ਇਹਨਾਂ ਚੀਜ਼ਾਂ ਨੂੰ ਐਡਰੈਸ ਕਰਨਾ ਪਊਗਾ, ਸੰਬੋਧਨ ਕਰਨਾ ਪਊਗਾ। ਰਾਈਟਸ ਦੀ ਗੱਲ ਨਹੀਂ ਕਰਦਾ। ਮੁਰਦਾਬਾਦ ਮੋਦੀ ਸਰਕਾਰ, ਮੁਰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ।
ਤੁਸੀਂ ਕਹਿੰਦੇ ਜੀ ਵੀ ਡੈਮੋਕ੍ਰੇਸੀ ਦਾ ਘਾਣ ਕੀਤਾ ਜਾਂਦਾ, ਲੋਕਤੰਤਰ ਦਾ ਘਾਣ ਹੋ ਰਿਹਾ ਹੈ ਜੀ, ਤੇ ਲੋਕਾਂ ਦੀ ਆਵਾਜ਼ ਲੀਡਰ ਸੁਣਦੇ ਨਹੀਂ, ਤੇ ਅਸੀਂ ਤਾਂ ਲੋਕਾਂ ਦਾ ਰਾਹ ਘੇਰਿਆ ਜੀ, ਅੱਜ ਲੀਡਰਾਂ ਦਾ ਨਹੀਂ ਘੇਰਿਆ ਜੀ। ਬਾਈ ਜੀ ਆਏ ਆ, ਇਹ ਜਿਹੜੀ ਲੋਕਾਂ ਦਾ ਰਾਹ ਘੇਰਨ ਵਾਲੀ ਗੱਲ ਹੈ ਨਾ, ਅਸੀਂ ਦਿੱਲੀ ਦਾ ਰਾਹ ਘੇਰਿਆ। ਦੇਖੋ, ਜਦੋਂ ਤੁਸੀਂ ਅਰਥ ਵਿਵਸਥਾ ਨੂੰ ਚੈਲੰਜ ਕਰ ਦਿੰਦੇ ਹੋ ਨਾ, ਅੱਜ ਦੀ ਜਿਹੜੀ ਲੜਾਈ ਆ ਉਹ ਇਕਨੋਮਿਕ ਬੈਟਲ ਹੋ ਗਈ ਆ। ਕਿਸੇ ਵੀ ਦੇਸ਼ ਦੀ ਜਾਂ ਅਮਰੀਕਾ ਨੇ ਕਿਸੇ ਦੇਸ਼ ਨੂੰ ਜਿੱਤਣਾ ਹੋਵੇ, ਆਪਦੀਆਂ ਮਲਟੀਨੈਸ਼ਨਲ ਕੰਪਨੀਆਂ ਉੱਥੇ ਭੇਜ ਦਿੰਦੀ ਆ ਤੇ ਉਹਦੀ ਇਕਨੋਮੀ ਸਾਰੀ ਆਪਦੇ ਹੱਥਾਂ 'ਚ ਲੈ ਲੈਂਦੇ ਆ, ਹਨਾ। ਹੁਣ ਜਦੋਂ ਲੋਕਾਂ ਨੇ, ਇਹ ਲੋਕਾਂ ਦਾ ਰਾਹ ਨਹੀਂ ਘੇਰਿਆ, ਲੋਕਾਂ ਨੇ ਰਾਹ ਘੇਰਿਆ। ਲੋਕਾਂ ਨੇ ਉਹ ਸਰਕਾਰ ਦਾ ਹਾਈਵੇ ਜਾਮ ਕੀਤਾ। ਅਸੀਂ ਕਹਿ ਰਹੇ ਹਾਂ ਜੇ ਸਾਨੂੰ ਨਹੀਂ ਦਿੱਲੀ ਵੜਨ ਦਿੰਦੇ ਤੁਸੀਂ, ਅਸੀਂ ਤੁਹਾਨੂੰ ਪੰਜਾਬ 'ਚ ਨਹੀਂ ਵੜਨ ਦਿੰਦੇ ਜਾਂ ਹਰਿਆਣੇ 'ਚ ਨਹੀਂ ਵੜਨ ਦਿੰਦੇ। ਯਾਰ ਸਾਡਾ ਪੰਜਾਬ ਆ, ਸਾਡਾ ਹਰਿਆਣਾ, ਸਾਡੀ ਧਰਤੀ ਆ, ਸਾਡੇ ਲੋਕ ਆ, ਸਾਡੇ ਖੇਤ ਆ, ਕਾਨੂੰਨ ਤੁਸੀਂ ਘੜੀ ਜਾਂਦੇ ਹੋ, ਗੱਲ ਸਾਡੀ ਸੁਣਦੇ ਨਹੀਂ, ਫਿਰ ਅਸੀਂ ਕਿੱਥੇ ਜਾਈਏ? ਬਾਈ ਜੀ ਇਹ ਸੁਣਦੇ ਨਹੀਂ ਹੈਗੇ, ਤੇ ਅਸੀਂ ਕਹਿੰਦੇ ਜੀ ਅਸੀਂ ਕਿਸਾਨ ਪੱਖੀ ਆ, ਤੇ ਜਿਹੜੇ ਪੰਜਾਬ ਦੇ ਹੀ ਚੁਣ ਕੇ ਭੇਜੇ ਹੋਏ ਨੇ ਦਿੱਲੀ, ਹੰਸਰਾਜ ਜੀ, ਦਲੇਰ ਮਹਿੰਦੀ, ਸਨੀ ਦਿਓਲ, ਉਹਨਾਂ ਦਾ ਤਾਂ ਤੁਸੀਂ ਚੋਣ ਪ੍ਰਚਾਰ ਵੀ ਕੀਤਾ ਬਾਈ ਜੀ, ਉਹ ਵੀ ਚੁੱਪ ਨੇ ਜੀ। ਕਿਰਨ ਖੇਰ ਜੀ ਇਹ ਕਹਿੰਦੇ ਜੀ ਇਹ ਤਾਂ ਬਹੁਤ ਵਧੀਆ, ਲੋਕਾਂ ਨੂੰ ਤਾਂ ਗੁੰਮਰਾਹ ਕੀਤਾ ਜਾ ਰਿਹਾ ਹੈ ਜੀ, ਜਿਹੜੇ ਕਿਸਾਨਾਂ ਦੇ ਪੱਖ ਦੇ ਵਿੱਚ ਆ ਰਹੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਵੀ ਤਾਂ ਕਿਸਾਨ ਪੱਖੀ ਆ। ਬਿਲ ਬਾਈ ਜੀ ਆਏ ਆ, ਪਹਿਲੀ ਗੱਲ ਇੱਕ ਚੀਜ਼ ਸਮਝ ਲਓ ਤੁਸੀਂ, ਹਾਂਜੀ, ਗੱਲ ਕਹਿ ਦੇਣੀ ਤੇ ਉਹਦਾ ਪ੍ਰੋਪੇਗੈਂਡਾ ਕਰ ਦੇਣਾ। ਇੱਕ ਨਾ ਹਿਟਲਰ ਦੀ ਜਿਹੜੀ ਮਿਨਿਸਟਰ ਆਫ ਕਾਉਂਸਲ ਸੀ, ਉਹਦੇ 'ਚ ਇੱਕ ਮਿਨਿਸਟਰ ਸੀ ਜੋਸਫ ਗੋਸਲ ਜੀ, ਉਹ ਹਮੇਸ਼ਾ ਇੱਕ ਸਟ੍ਰੈਟਜੀ ਹੁੰਦੀ ਸੀ ਉਹਦੀ, ਉਹ ਜੋਸਫ ਗੋਸਬਲ ਪ੍ਰਿੰਸੀਪਲ ਆ, ਦੈਟ ਅ ਲਾਈ ਟੋਲਡ 100 ਟਾਈਮਸ ਬਿਕਮਸ ਅ ਟਰੂਥ। ਇੱਕ ਜਿਹੜਾ ਝੂਠ ਆ ਜੇ ਉਹਨੂੰ 100 ਵਾਰੀ ਤੁਸੀਂ ਕਹਿ ਦੋਗੇ ਤਾਂ ਉਹ ਸੱਚ ਬਣ ਜਾਂਦਾ। ਹੁਣ ਇਹ ਉਹ ਪੋਲਿਟਿਕਸ ਕਰਦੇ ਆ, ਇਹਨਾਂ ਨੇ ਸਿਰਫ ਕਹਿ ਦੇਣੀ ਆ ਗੱਲ। ਅਸੀਂ ਕਹਿੰਦੇ ਸਾਡੇ ਨਾਲ ਆ ਕੇ ਸੰਵਾਦ ਕਰੋ ਜਾਂ ਸਾਨੂੰ ਸਮਝਾ ਦਿਓ ਜਾਂ ਅਸੀਂ ਤੁਹਾਨੂੰ ਸਮਝਾ ਦਈਏ, ਉਸ ਗੱਲ ਲਈ ਰਾਜੀ ਨਹੀਂ। ਹੁਣ ਲੋਕ ਲਹਿਰ ਜੇ ਬਣੀ ਜਾਂਦੀ ਆ ਕਿ ਪੰਜਾਬ ਹਰਿਆਣਾ ਆ ਕੇ ਖੜਾ ਹੋ ਗਿਆ, ਉਹਦਾ ਕੋਈ ਤਾਂ ਮਤਲਬ ਹੋਊਗਾ ਯਾਰ। ਲੋਕ ਆਈ ਨਹੀਂ ਇਤਿਹਾਸ ਰਚਦੇ ਹੁੰਦੇ, ਲੋਕ ਆਈ ਨਹੀਂ ਰੈਵੋਲੂਸ਼ਨ ਲੈ ਕੇ ਆਉਂਦੇ ਹੁੰਦੇ। ਜੇ ਇਹ ਗੱਲ ਕਿਸੇ ਨੈਸ਼ਨਲ ਮੂਵਮੈਂਟ 'ਚ ਤਬਦੀਲ ਹੋ ਰਹੀ ਆ, ਇਹਦਾ ਮਤਲਬ ਇਹਦੇ 'ਚ ਬਹੁਤ ਜਿਹੜੇ ਖਦਸ਼ੇ ਆ ਕਿਸਾਨਾਂ ਦੇ, ਉਹ ਕੈਪੀਟਲਿਜ਼ਮ ਦੇ ਅਗੇਂਸਟ ਆਪਦੇ ਆਪ ਨੂੰ ਰੱਖ ਕੇ ਦੇਖਦੇ ਆ। ਉਹ ਇਹ ਸਮਝਦੇ ਆ ਵੀ ਸਾਡੇ ਹੱਕ ਮਾਰ ਲਏ ਜਾਣਗੇ ਆਉਣ ਵਾਲੇ 5 ਸਾਲਾਂ 'ਚ, 10 ਸਾਲਾਂ 'ਚ। ਔਰ ਇਹਦੀਆਂ ਐਗਜ਼ਾਮਪਲਸ ਆ, ਦੇਖੋ ਉਹੀ ਗੱਲ ਕਰ ਰਹੇ ਹੋਈ ਹੈ ਤਾਂ ਫਿਰ ਅਗਲੀ ਗੱਲ ਆ। ਤੁਸੀਂ ਹੈਲਥ ਸੈਕਟਰ 'ਚ ਦੇਖ ਲਿਓ, ਜਦੋਂ ਤੋਂ ਸਿਹਤ ਸੇਵਾਵਾਂ 'ਚ ਆਹ ਪ੍ਰਾਈਵੇਟਾਈਜੇਸ਼ਨ ਹੋਈ ਆ, ਕਮਰਸ਼ਲਾਈਜੇਸ਼ਨ ਹੋਈ ਆ, ਤੁਸੀਂ ਤੇ ਮੈਂ ਇਲਾਜ ਕਰਾ ਸਕਦੇ ਹਾਂ। ਜਦੋਂ ਤੋਂ ਐਜੂਕੇਸ਼ਨ 'ਚ ਪ੍ਰਾਈਵੇਟਾਈਜੇਸ਼ਨ, ਕਮਰਸ਼ਲਾਈਜੇਸ਼ਨ ਹੋਈ ਆ, ਤੁਸੀਂ ਐਜੂਕੇਸ਼ਨ ਤੇ ਮੈਂ ਆਪਦੇ ਸਾਡੇ ਪਰਿਵਾਰ ਦੇ ਬੱਚਿਆਂ ਨੂੰ ਦੇ ਸਕਦੇ ਹਾਂ। ਕਿਤੇ ਸਰਕਾਰੀ ਸਕੂਲਾਂ 'ਚ 60 ਰੁਪਏ ਫੀਸ ਹੁੰਦੀ ਸੀ। ਜਦੋਂ ਇਹ ਅਸੀਂ ਹਰ ਸੈਕਟਰ ਨੂੰ ਦੇਖਿਆ, ਇਨਫਰਾਸਟ੍ਰਕਚਰ ਦੇਖ ਲਓ, ਇਹਨਾਂ ਦਾ ਨਾ ਹੁਣ ਹਵਾਈ ਜਹਾਜ਼, ਰੇਲਾਂ, ਸੜਕਾਂ ਸਭ ਕੁਝ ਦੇਤਾ। ਸਰਕਾਰ ਆਪਦੀ ਜਿਹੜੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਆ ਉਹ ਤੋਂ ਮੁਕਤ ਹੋਈ ਜਾਂਦੀ ਆ, ਕਿਉਂਕਿ ਉਹਨਾਂ ਨੂੰ ਆਏ ਆ ਸਾਨੂੰ ਪੈਸਾ ਆਉਣਾ, ਅਸੀਂ ਪਾਰਟੀ ਚਲਾਉਣੀ ਆ। ਹੁਣ ਜਿਹੜੀ ਇਸ ਟਾਈਮ ਸਾਡੀ ਹੁਕਮਰਾਨ ਧਿਰ ਆ ਨਾ, ਉਹ ਦੇਸ਼ ਨਹੀਂ ਦੇਖ ਰਹੀ, ਉਹ ਇਹ ਦੇਖ ਰਹੀ ਆ ਵੀ ਅਸੀਂ ਹੁਣ ਪਾਵਰ 'ਚ ਆਏ ਆ, ਸਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤੇ ਇਹ ਅਸੀਂ ਕਿੰਨੀ ਲੰਬਾ ਚਲਾ ਸਕਦੇ ਆ, ਇਹਦੇ ਲਈ ਕੀ ਕਰਨਾ, ਇਹ ਬਹੁਤ ਜ਼ਰੂਰੀ ਆ। ਹੁਣ ਅਗਲੀ ਗੱਲ ਆ, ਉਹਨਾਂ ਨੇ ਇੱਕ ਆਈਡੀਓਲੋਜੀਕਲੀ ਮੋਟੀਵੇਟ ਕਰਤਾ ਬਹੁਤ ਵੱਡੀ ਇੱਕ ਕਮਿਊਨਿਟੀ ਨੂੰ, ਤੇ ਜਿਹੜੀ ਲੜਾਈ ਹੁਣ ਅਸੀਂ ਲੜ ਰਹੇ ਆ ਨਾ, ਉਹ ਆਈਡੀਓਲੋਜੀਕਲ ਮੋਟੀਵੇਸ਼ਨ ਤੇ ਸਾਡੀ ਆਈਡੀਓਲੋਜੀ ਦੀ ਲੜਾਈ ਹੋ ਗਈ ਆ। ਤਾਂ ਆਈਡੀਓਲੋਜੀ ਦੀ ਲੜਾਈ ਤਾਂ ਆਈਡੀਓਲੋਜੀ ਨਾਲ ਲੜੀ ਜਾਂਦੀ ਆ ਤੇ ਬੜੀ ਪਿਆਉਂਤ ਤੇ ਤਰੀਕੇ ਸਲੀਕੇ ਨਾਲ ਲੜੀ ਜਾਂਦੀ ਆ। ਸੋ ਅਸੀਂ ਲੱਗੇ ਆ ਜੀ ਅੱਗੇ ਵਧ ਰਹੇ। ਉਹਨਾਂ ਨੂੰ ਕਿਤੇ ਹੁਣ ਇਹ ਤਾਂ ਨਹੀਂ ਲੱਗਦਾ ਨਰਿੰਦਰ ਮੋਦੀ ਨੂੰ ਪਹਿਲਾਂ ਨੋਟਬੰਦੀ ਹੁੰਦੀ ਹੈ ਜੀ, ਸੀਏ ਆ ਜਾਂਦਾ, NRC, ਮਤਲਬ ਕਿ ਫਿਰ ਲੋਕ ਉਹਨਾਂ ਨੇ ਪਹਿਲਾਂ ਹੀ ਚੁੰਡੀ ਵੱਢ ਕੇ ਦੇਖੀ ਵੀ ਵੱਢ ਕੇ ਦੇਖੀ ਯਾਰ ਜਾਗਦੇ, ਤੇ ਫਿਰ ਲੋਕਾਂ ਨੂੰ ਵੀ ਵਿੱਚ ਜ਼ਿੰਮੇਵਾਰ ਮੰਨਦੇ ਹੋ ਜੀ ਭਾਜੀ। ਪਹਿਲੇ ਫੈਸਲੇ ਦੇ ਉੱਤੇ ਜੇ ਕਿਤੇ ਅਜਿਹੇ ਧਰਨੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਹੁੰਦੀਆਂ ਜੀ। ਬਾਈ ਜੀ ਦੇਖੋ, ਲੋਕਾਂ ਨੇ, ਨੌਜਵਾਨਾਂ ਨੇ, ਸਾਡੇ ਬਜ਼ੁਰਗਾਂ ਨੇ ਸੰਘਰਸ਼ ਕੀਤਾ, ਹਮੇਸ਼ਾ ਹੀ ਜਜ਼ਬਾ ਦਿਖਾਇਆ, ਸਾਡੇ 'ਚੋਂ ਚਿਣਗ ਹੈਗੀ ਆ। ਸਾਡੇ ਆਗੂਆਂ ਨੇ ਦਗਾ ਕੀਤਾ ਸਾਡੇ ਨਾਲ। ਹੁਣ ਅਸੀਂ ਕਹਿੰਦੇ ਆ ਜਿਹੜੇ ਫੈਸਲੇ ਲੈਣੇ ਇੱਥੇ ਆ ਕੇ ਬੈਠੋ ਨਾ, ਜੇ ਸਾਡੇ ਨਾਲ ਸੰਵਾਦ ਕਰਨਾ, ਸੰਗਤ 'ਚ ਬਹਿ ਜਾਓ, ਆ ਕੇ ਸੰਗਤ ਫੈਸਲੇ ਲਵੇ, ਸੰਗਤ ਮਤੇ ਪਗਾਵੇ। ਅਸੀਂ ਕਿਹੜਾ ਡਰਾਇੰਗ ਰੂਮਾਂ 'ਚ ਕਮਰਿਆਂ 'ਚ ਜਾ ਕੇ ਬਹਿਣਾ। ਕਹਿੰਦੇ ਜੀ ਤੁਸੀਂ ਲੋਕ ਇੱਥੇ ਗੁੰਮਰਾਹ ਕਰਨ ਨੂੰ ਬੈਠੇ, ਆਗੂ ਕਹਿੰਦੇ ਜੀ। ਬਾਈ ਜੀ ਇਹ ਗੱਲ ਕਹਿਣੀ ਬਹੁਤ ਸੌਖੀ ਆ, ਗੁੰਮਰਾਹ ਕਰਦੇ ਹੁੰਦੇ ਇੰਨੇ ਲੋਕ ਨਹੀਂ ਇਕੱਠੇ ਹੁੰਦੇ ਸੀ, ਗੁੰਮਰਾਹ ਕਰਦੇ ਹੁੰਦੇ ਆਹ ਜਜ਼ਬਾ ਨਹੀਂ ਹੁੰਦਾ ਸੀ, ਹਨਾ। ਗੱਲ ਕਹਿਣੀ ਤੇ ਉਹਦੇ ਤੇ ਪ੍ਰੋਪੇਗੈਂਡਾ ਕਰ ਦੇਣਾ, ਇਹ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ। ਅਸੀਂ ਇੱਕ ਗੱਲ ਜਿਹੜੀ ਮਿੱਠੀ ਆ, ਦੇਖੋ ਅਸੀਂ ਹਮੇਸ਼ਾ ਹੀ
ਹਾਂ ਔਰ ਅਸੀਂ ਕਿਹੜਾ ਕੋਈ ਭਗਤੀ ਚ ਹਾਂ ਜਾਂ ਅਸੀਂ ਵੀ ਉਹੀ ਉਹਦਾ ਬਾਈ ਇਲੈਕਸ਼ਨ ਟਾਈਮ ਪਤਾ ਲੱਗੂਗਾ ਆਣ ਦੋ ਐਮਐਲਏ ਨੂੰ ਕਿਵੇਂ ਵੋਟਾਂ ਮੰਗੀ ਦੀ ਸੋ ਗੱਲ ਆਏ ਆ ਇਹ ਤਾਂ ਫਿਰ ਦੱਸਾਂਗੇ ਛੋਟੇ ਦੇ ਧੌਣ ਤੇ ਗੋਡਾ ਕੌਣ ਰੱਖਦਾ ਜੀ ਹੁਣ ਗੱਲ ਇੱਕ ਜਿਹੜੀ ਪਿੰਡਾਂ ਦੇ ਦੇਖਾਂ ਨਹੀਂ ਆਪਾਂ ਬਾਟੇ ਹੋਏ ਆ ਹਾਂ ਨਹੀਂ ਆਪਾਂ ਹੁਣ ਇੱਕ ਆ ਆਪਾਂ ਰੱਬ ਸੁੱਖ ਰੱਖੇ ਸੋ ਜਿਹੜਾ ਕੋਈ ਜਿਹੜੀ ਚਾਹੇ ਕਾਂਗਰਸ ਦਾ ਚਾਹੇ ਜਾਨਾ ਮਰਜ਼ੀ ਗੱਲ ਕਰ ਲੈਂਦਾ ਮੈਂ ਤੁਹਾਡੇ ਤੱਕ ਆਉਂਦਾ ਕਰ ਲੈਂਦੇ ਬਾਈ ਗੱਲ ਕਰ ਲੈਂਦੇ ਹਾਂਜੀ ਜਿਹੜੀ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਆ ਨਾ ਸਾਡਾ ਵਿਰੋਧ ਹੁੰਦਾ ਅਸੀਂ ਵਿਰੋਧ ਕਰਦੇ ਆ ਵਿਦਰੋਹ ਕਰਦੇ ਆ ਪਰ ਜਿੱਥੇ ਅਸੀਂ ਆ ਕੇ ਗਲਤੀ ਕਰ ਜਾਂਦੇ ਆ ਉਹ ਕੀ ਆ ਸਾਡਾ ਜਿਹੜਾ ਵਿਦਰੋਹ ਆ ਉਹ ਪੈਸਿਵ ਜਿਹੜਾ ਰੈਜ਼ਿਸਟੈਂਸ ਹੋ ਜਾਂਦੀ ਆ ਉਹ ਸੌਰੀ ਐਕਟਿਵ ਰੈਜ਼ਿਸਟੈਂਸ ਹੋ ਜਾਂਦੀ ਆ ਪੈਸਿਵ ਨਹੀਂ ਰਹਿੰਦੀ ਸਾਨੂੰ ਐਕਟਿਵ ਰੈਜ਼ਿਸਟੈਂਸ ਨਹੀਂ ਕਰਨੀ ਅਸੀਂ ਇਹ ਦੇਖਣਾ ਵੀ ਕਿੰਨਾ ਸ਼ਾਂਤਮਈ ਢੰਗ ਨਾਲ ਜਿੱਥੇ ਲੋਕਾਂ ਦਾ ਘੱਟ ਤੋਂ ਘੱਟ એનર્ਜੀ ਲੱਗੇ ਘੱਟ ਤੋਂ ਘੱਟ ਅਸੀਂ ਕਿਸੇ ਮਤਲਬ ਇਹੋ ਜਿਹੇ ਜੋਸ਼ ਵਾਲੇ ਚੱਕਰ 'ਚ ਆ ਕੇ ਵਾਇਲੈਂਸ 'ਚ ਪੈ ਕੇ ਲੋਕਾਂ ਦੀ ਮਤਲਬ એનર્ਜੀ ਵੇਸਟ ਕਰੀਏ ਤੇ ਉਹਨੂੰ ਪੈਸਿਵ ਰੈਜ਼ਿਸਟੈਂਸ ਕਿਵੇਂ ਪੈਦਾ ਕੀਤੀ ਜਾਵੇ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਿਵੇਂ ਕਰੀਏ ਫਿਰ ਲੋਕ ਜੁੜਦੇ ਜਾਣਗੇ ਫਿਰ ਬਹੁਤ ਵੱਡੀ ਲਹਿਰ ਖੜੀ ਹੋ ਜੂ ਨੈਸ਼ਨਲ ਲੈਵਲ ਤੇ ਲਹਿਰ ਖੜੀ ਹੋ ਜੂਗੀ ਜੀ ਇਹ ਅਜੇ ਲੋਕ ਤੁਹਾਨੂੰ ਮਤਲਬ ਕਿ ਇਹ ਮੰਨਦੇ ਹੋ ਵੀ ਅਜੇ ਪੂਰੀ ਤਰ੍ਹਾਂ ਨਾਲ ਨਹੀਂ ਜਾਗੇ ਕਿਉਂਕਿ ਜਿਨ੍ਹਾਂ ਨੂੰ ਲਾਹਣਤਾਂ ਪਾਈਆਂ ਜਾਂਦੀਆਂ ਨੇ ਉਹਨਾਂ ਦੀਆਂ ਹੀ ਰੈਲੀਆਂ ਦੇ ਵਿੱਚ ਦੂਜੇ ਦਿਨ ਫਿਰ ਇਕੱਠ ਹੁੰਦੇ ਦਿਖਦੇ ਆ ਜੀ ਭਾਈ ਉਹ ਫੜ ਕੇ ਲਿਆਉਂਦੇ ਆ ਟਰਾਲੀਆਂ 'ਚ ਟਰੈਕਟਰਾਂ 'ਚ ਟਰੱਕਾਂ 'ਚ ਕਿਤੇ ਪੈਸੇ ਪੂਸੇ ਦੇ ਕੇ ਲੈ ਕੇ ਆਉਂਦੇ ਆ ਫਿਰ ਕਈ ਪਾਰਟੀ 'ਚ ਜਿਹੜੇ ਬੰਦੇ ਜੁੜੇ ਹੋਏ ਆ ਅਗਲੇ ਮਜਬੂਰੀ ਵੀ ਹੋ ਜਾਂਦੀ ਆ ਵੀ ਜਾਣਾ ਹੀ ਜਾਣਾ ਪਰ ਆਪਾਂ ਇੱਥੇ ਆ ਜਜ਼ਬਾ ਤੁਹਾਡੇ ਸਾਹਮਣੇ ਆ ਸਾਡੇ ਪੱਲੇ ਕੀ ਸੀ ਅਸੀਂ ਕੀ ਦੇ ਸਕਦੇ ਸੀ ਕਿਸੇ ਨੂੰ ਅਸੀਂ ਆਪ ਕੀ ਆ ਕੁਝ ਵੀ ਨਹੀਂ ਉਸ ਪ੍ਰਮਾਤਮਾ ਨੇ ਲੋਕਾਂ ਨੂੰ ਜਗਾਇਆ ਲੋਕਾਂ ਦੇ ਅੰਦਰ ਜਜ਼ਬਾ ਦੇਖੋ ਤੁਸੀਂ ਮੈਂ ਸਜਦਾ ਕਰਦਾ ਜਿਹੜੇ ਆ ਸਾਰੇ ਸਾਡੇ ਬੰਦੇ ਇੱਥੇ ਆਏ ਆ ਸੋ ਇਸ ਕਰਕੇ ਸਾਡੀ ਆਵਾਜ਼ ਹੁਣ ਤੁਸੀਂ ਸਾਰਿਆਂ ਨੇ ਪਹੁੰਚਾਉਣੀ ਆ ਆਪਦਾ ਜਿਹੜਾ ਜਰਨਲਿਜ਼ਮ ਦਾ ਇੱਕ ਜਿਹੜਾ ਤੁਹਾਡਾ ਇਹ ਕਹਿ ਲਓ ਜ਼ਿੰਮੇਵਾਰੀ ਆ ਇੱਕ ਪਿਲਰ ਆ ਜਰਨਲਿਜ਼ਮ ਵੀ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਤੇ ਤੁਸੀਂ ਸਾਰਿਆਂ ਨੇ ਇਹ ਗਾਂ ਤੱਕ ਪਹੁੰਚਾਉਣੀ ਆ ਤੁਸੀਂ ਵੀ ਨਾਲ ਇਹ ਸਾਰਿਆਂ ਦੀ ਲੜਾਈ ਹੈ ਸੋ ਨਾਲ ਹੀ ਰਹੋ ਜੀ 2022 ਚ ਪਤਾ ਲੱਗੇਗਾ ਤੇ ਬਾਈ ਜੀ ਨਰਿੰਦਰ ਮੋਦੀ ਜੀ ਨਾਲ ਤਾਂ ਤੁਸੀਂ ਸਿੱਧੀ ਗੱਲ ਨਹੀਂ ਕਰ ਸਕਦੇ ਪਰ ਸਨੀ ਦਿਓਲ ਤਾਂ ਤੁਹਾਡੇ ਵਧੀਆ ਮਿੱਤਰ ਰਹੇ ਆ ਜੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਪਰ ਤੁਹਾਡੀ ਉਹ ਗੱਲਬਾਤ ਹੋਈ ਪਰ ਉਹ ਵਧੀਆ ਇਨਸਾਨ ਆ ਮੈਂ ਬੜਾ ਇੱਜ਼ਤ ਪਿਆਰ ਕਰਦਾ ਉਹਨਾਂ ਨੂੰ ਪਰ ਵਿਚਾਰਧਾਰਕ ਤੌਰ ਤੇ ਮੇਰੇ ਵਖਰੇਵੇਂ ਆ ਪਰ ਉਹ ਇਕੱਲਾ ਬੰਦਾ ਕੀ ਕਰੇ ਭਾਜੀ ਗੱਲ ਇਹ ਹੈ। ਜਿਹੜਾ ਲੋਕਾਂ ਦੇ ਲਈ ਨਾ ਖੜਦਾ ਹੋਵੇ ਜੇ ਪਤਾ ਮੈਨੂੰ ਮੇਰੇ ਭਰਾ ਮਰ ਰਹੇ ਆ ਮੈਂ ਮੂੰਹ ਮੋੜ ਲਵਾਂ ਜੀ ਵੀ ਮੈਂ ਨਹੀਂ ਜਾਂਦਾ ਤੇ ਅਜੇ ਵੀ ਆਪਾਂ ਉਹਨੂੰ ਇਨਸਾਨ ਵਧੀਆ ਮੰਨੀ ਜਾਂਦੇ ਆ ਜੀ ਗੱਲ ਆਏ ਆ ਬਾਈ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ ਜੀ ਅਸੀਂ ਹਮੇਸ਼ਾ ਹੀ ਟਕਰਾਅ 'ਚ ਆ ਜਾਂਦੇ ਆ ਟਕਰਾਅ 'ਚ ਨਹੀਂ ਆਉਣਾ ਚਾਹੀਦਾ ਹਜੇ ਤਾਂ ਅਸੀਂ ਸ਼ੁਰੂਆਤ ਕੀਤੀ ਆ ਇੱਥੇ ਹੀ ਟਕਰਾਅ ਵਿੱਢ ਲਾਂਗੇ ਕਿੱਥੋਂ ਕੁ ਤੱਕ ਤੁਰ ਪਾਂਗੇ ਅਸੀਂ ਵਿਚਾਰਧਾਰਕ ਵਖਰੇਵੇਂ ਆ ਵਿਚਾਰਧਾਰਕ ਵਖਰੇਵਿਆਂ ਨੂੰ ਤੁਸੀਂ ਵੈਲਕਮ ਕਰੋ ਫਿਰ ਸਾਡੇ ਤੇ ਉਹਨਾਂ 'ਚ ਫਰਕ ਨਹੀਂ ਰਿਹਾ ਨਾ ਜੇ ਅਸੀਂ ਵੀ ਉਵੇਂ ਹੀ ਚੱਲੇ ਜਿਵੇਂ ਉਹ ਤੁਰੇ ਫਿਰਦੇ ਆ ਜਿਵੇਂ ਉਹ ਲੋਕਾਂ ਨੂੰ ਦਬਾਉਂਦੇ ਆ ਤੇ ਅਸੀਂ ਉਹਨਾਂ ਨੂੰ ਗਾਲਾਂ ਕੱਢੀ ਜਾਈਏ ਸਾਡੇ 'ਚ ਫਰਕ ਨਹੀਂ ਰਿਹਾ ਸਾਨੂੰ ਜਿਹੜਾ ਇੱਕ ਤਰੀਕਾ ਸਲੀਕਾ ਸਿਖਾਇਆ ਗਿਆ ਸਹਿਜਤਾ ਸਰਲਤਾ ਤੇ ਸਾਡੇ ਅੰਦਰ ਇੱਕ ਜਿਹੜੀ ਲਿਆਕਤ ਇਹ ਬਹੁਤ ਹੋਣੀ ਬਹੁਤ ਜ਼ਰੂਰੀ ਹੈ ਇਹ ਤੋਂ ਬਿਨਾਂ ਗੱਲ ਨਹੀਂ ਬਣਨੀ ਫਿਰ ਆਪਾਂ ਬਾਲੀਆਂ ਗੱਲਾਂ ਬਾਅਦ 'ਚ ਕਰ ਲੈਂਦੇ ਲੱਗਦਾ ਫਤਿਹ ਹੋਊਗਾ ਜੀ ਮੋਰਚਾ ਫਤਿਹ ਹੋਊਗਾ ਜੀ ਜੇ ਅਸੀਂ ਰਣਨੀਤੀ ਘੜ ਲਾਂਗੇ ਲੜਨ ਤੋਂ ਪਹਿਲਾਂ ਅਸੀਂ ਲੜਾਈ ਜਿੱਤ ਲਾਂਗੇ ਇਹਦਾ ਮਤਲਬ ਉਹਦੀ ਰਣਨੀਤੀ ਬਣਾਉਣੀ ਬਹੁਤ ਜ਼ਰੂਰੀ ਆ ਤਾਂ ਮੋਰਚਾ ਫਤਿਹ ਹੋ ਜਾਊਗਾ ਬਹੁਤ ਸ਼ੁਕਰੀਆ ਜੀ ਸੰਦੀਪ ਸਿੱਧੂ ਜਿਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜ਼ਰੂਰ ਫਤਿਹ ਹੋਏਗਾ ਤੇ ਲੱਗੇ ਹੋਏ ਨੇ ਤੇ ਜਿੰਦਾਬਾਦ ਜੰਗ ਜਾਰੀ ਰੱਖੀ ਹੋਈ ਹੈ ਤੇ ਜੰਗ ਜਦੋਂ ਜਾਰੀ ਰਹੇਗੀ ਤਾਂ ਫਿਰ ਮੋਰਚਾ ਜ਼ਰੂਰ ਫਤਿਹ ਹੋਏਗਾ ਇਹ ਉਮੀਦ ਲਗਾ ਕੇ ਸਾਰੇ ਕਿਸਾਨ ਭਰਾ ਤੇ ਕਲਾਕਾਰ ਵੀਰ ਸ਼ੰਭੂ ਬੈਰੀਅਰ ਦੇ ਉੱਤੇ ਇਕੱਠੇ ਹੋ ਰੱਖੇ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ ਸ਼ੰਭੂ ਬੈਰੀਅਰ